ਕਿਸੇ ਨਿੱਜੀ ਗੱਲਾਂ ਕਰਕੇ ਸ਼ਹੀਦ ਨਹੀਂ ਸੀ ਹੋਏ, ਕੌਮ ਦੇ ਲਈ ਸ਼ਹੀਦ ਹੋਏ ਸੀ। ਪਰ ਅੱਜ ਸ਼ਹੀਦਾਂ ਦੇ ਸਥਾਨਾਂ ਦੇ ਉੱਤੇ ਜਦੋਂ ਬਰਸੀਆਂ ਮਨਾਈ ਜਾਂਦੀਆਂ ਤਾਂ ਕੌਮ ਤੁਸੀਂ ਦੇਖਦੇ ਹੋ ਵੀ ਖੜੀ ਮਿਲਦੀ ਨਾ। ਅਸਾਂ ਸੋਸ਼ਲ ਮੀਡੀਆ ਤੇ ਇੰਨਾ ਪ੍ਰਚਾਰ ਕੀਤਾ ਵੀ ਝੱਲੀਆਂ ਪਿੰਡ ਦੇ ਵਿੱਚ ਚੰਨੇ ਤੇ ਚਟਾਣੇ ਦੀ ਬਰਸੀ ਮਨਾਈ ਜਾ ਰਹੀ ਆ, ਸਾਰੇ ਸੰਗਤਾਂ ਉੱਥੇ ਪਹੁੰਚੋ। ਤੁਹਾਡੇ ਸਾਹਮਣੇ ਕਿੰਨੇ ਕੁ ਲੋਕ ਆਏ ਆ, ਵੇਖ ਲਿਆ। ਬਾਹਰੋਂ ਛੱਡ ਕੇ ਲੋਕਲ ਲੋਕ ਨਹੀਂ ਆਏ, ਅੰਮ੍ਰਿਤਸਰ ਤੋਂ ਅਸੀਂ ਆਏ ਆ। 10-12 ਬੰਦੇ ਜਿਹੜੇ ਬੈਠੇ ਆ ਨਾ ਜੀ, ਹਰੇ ਇਹ ਸਾਰੇ 10-12 ਜਿਹੜੇ ਅੰਮ੍ਰਿਤਸਰ ਤੋਂ ਆਏ। ਮੈਨੂੰ ਦੁੱਖ ਲੱਗਦਾ ਇਹ ਗੱਲ ਦਾ ਵੀ ਜਿਹੜਾ ਜਟਾਣਾ ਆਇਆ ਸੀ ਉਹਦੇ ਨਾਲ ਬਹੁਤ ਸਮਾਂ ਗੁਜ਼ਾਰਿਆ ਜੀ ਜਟਾਣੇ ਹੋਣਾ ਨਾਲ। ਤੇ ਇੰਨਾ ਸਮਾਂ ਗੁਜ਼ਾਰਨ ਦੇ ਬਾਅਦ ਅਸੀਂ ਲੋਕਾਂ ਨੂੰ ਚੰਨੀ ਬਾਰੇ ਬੜਾ ਲੋਕਾਂ ਨੂੰ ਦੱਸਿਆ, ਕਿਸੇ ਨੇ ਸਾਡੀ ਦੀ ਸੁਣੀ। ਅੱਜ ਸਿਆਸਤ ਜਿਨ੍ਹਾਂ ਤੇ ਹੋ ਰਹੀ ਆ ਨਹਿਰ ਦੇ ਪਾਣੀਆਂ ਦੀ, ਵੀ ਉਹ ਇਹ ਬੰਦੇ ਆ ਜਿਨ੍ਹਾਂ ਨੇ ਨਹਿਰ ਡੱਕੀ ਸੀ, ਪਰ ਕੋਈ ਉਹਦਾ ਕਿਸੇ ਤੇ ਕੋਈ ਅਸਰ ਨਹੀਂ ਹੋਇਆ, ਨਾ ਨੌਜਵਾਨਾਂ ਤੇ ਨਾ ਉਹਦੇ ਸੰਗਤ ਦੇ ਉੱਤੇ। ਪਰ ਮੂਸੇਵਾਲੇ ਦੇ 2 ਬੋਲਾਂ ਦੇ ਉੱਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਚੰਨੀ ਤੇ ਜਟਾਣਾ ਹੈ ਕੌਣ ਸਨ। ਬਿਲਕੁਲ, ਜੇ ਸ਼੍ਰੋਮਣੀ ਕਮੇਟੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹੁਣ ਤਸਵੀਰਾਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਲਾਉਣ ਦੀਆਂ ਚਰਚਾਵਾਂ ਜਿਹੜੀਆਂ ਗੱਲਾਂ ਚੱਲਦੀਆਂ ਤੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ। ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਕਾਲੇ ਚੋਲੇ ਪਾ ਕੇ ਜਿਹੜੇ ਹੈਗਾ ਮਾਰਚ ਕੱਢਣਾ ਹੈ, ਕਾਲੇ ਚੋਲੇ ਪਾ ਕੇ ਜਾਣਾ। ਤੁਸੀਂ ਇਹ ਚੀਜ਼ਾਂ ਨੂੰ ਸਹੀ ਸਮਝਦੇ ਹੋ ਕਿ ਇਹ ਉਹੀ ਰਾਹ ਹੈ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣਾ ਹੋਰਾਂ ਨੇ ਅਪਣਾਇਆ ਸੀ? ਜਿਹੜਾ ਆਪਣਾ ਖੁੱਸਿਆ ਜਿਹੜਾ ਰਾਜ ਭਾਗ ਹੈ ਨਾ, ਉਹਦੇ ਲੈਣ ਵਾਸਤੇ ਉਹ ਕਰ ਰਿਹਾ, ਉਹ ਦਿਲੋਂ ਨਹੀਂ ਚਾਹੁੰਦੇ। ਦਿਲਾਵਰ ਸਿੰਘ ਦੀ ਬਰਸੀ ਅਕਾਲ ਤਖ਼ਤ ਸਾਹਿਬ ਤੇ ਮਨਾਉਂਦੇ ਆ, ਕੱਲ ਜਟਾਣੇ ਦੀ ਬਰਸੀ ਅਕਾਲ ਤਖ਼ਤ ਸਾਹਿਬ ਤੇ ਮਨਾਈ ਗਈ ਆ। ਇਹ ਸਾਨੂੰ ਉੱਥੇ ਕੁੱਤਿਆ ਕਰਦੇ ਹੁੰਦੇ ਸੀ, ਪਰ ਹੁਣ ਸਾਨੂੰ ਉੱਥੇ ਸਹਿਯੋਗ ਦਿੰਦੇ ਆ। ਜਟਾਣੇ ਦੀ ਬਰਸੀ ਵਾਸਤੇ ਸਤਪਾਲ ਸਿੰਘ ਵੀ ਉੱਥੇ ਗਿਆ ਸੀ। ਸ਼੍ਰੋਮਣੀ ਕਮੇਟੀ ਦੇ 100 ਬੰਦਾ ਬਿਠਾਤਾ ਉਹਦਾ, ਮੈਂ ਜਿੰਨੇ ਮੁਲਾਜ਼ਮ ਵੀ ਸਾਰੇ ਬਿਠਾਤੇ। ਇੱਥੇ ਨਹੀਂ ਭੇਜ ਸਕਦੇ, ਇੱਥੇ ਵੀ ਆਪਣੇ ਮੁਲਾਜ਼ਮਾਂ ਨੂੰ ਕਿਤੇ 2 ਗੱਡੀਆਂ 4 ਗੱਡੀਆਂ ਭਰ ਕੇ ਜਾਓ, ਕਿਉਂ ਨਹੀਂ ਆਏ? ਬਾਹਰ ਤੁਸੀਂ ਜਾ ਕੇ ਵੇਖ ਲਓ, ਤੁਹਾਨੂੰ ਪਤਾ ਲੱਗੂਗਾ ਕਿਸੇ ਗੁਰਦੁਆਰੇ ਬੈਠਾ ਵੀ ਵਾਕਈ ਇਹ ਪੰਜਾਬ ਹੈ ਜਾਂ ਸਿੱਖ ਨੇ। ਇੱਥੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਚਾਹ ਲਾ ਲਓ, ਚਾਹੇ ਅਕਾਲੀ ਦਲ ਦੀ ਕਿਤੇ ਰੈਲੀ ਲਾ ਲਓ, ਉਹਦੇ 'ਚ ਤੁਹਾਨੂੰ ਐਂ ਲੱਗਦਾ ਜਿੱਦਾਂ ਯੂਪੀ ਬਿਹਾਰ ਦੀ ਰੈਲੀ ਹੋਣ ਡਈ ਆ। ਇੱਕ ਮੰਗਤਾ ਹੁੰਦਾ ਜਦੋਂ ਭਿੱਖਿਆ ਮਿਲ ਜਾਂਦੀ, ਉਹ ਦਰ ਜਾਂਦਾ ਤੇ ਅਸੀਂ ਦਿੰਦੇ ਆ, ਚੱਲ ਦਿਓ ਯਾਰ ਆਇਆ। ਇੱਕ ਮੰਗਤਾ ਗੁਰੂ ਬਾਰ ਕਹਿੰਦੇ ਉਹ ਹੁੰਦਾ ਜਿਹੜਾ ਦਰ ਤੇ ਜਾਂਦਾ ਨਾ, ਉਹ ਲੋਕੀ ਗਾਲਾਂ ਕੱਢਦੇ ਆ, ਪਚਾ ਤੂੰ ਉਹ ਇਹਨਾਂ ਦਾ ਉਹ ਹਾਲ ਹੋ ਗਿਆ। ਸਿੱਖੀ ਕਦੀ ਖਤਮ ਨਹੀਂ ਹੋ ਸਕਦੀ। ਇਹ ਭਾਵੇਂ ਜੋ ਮਰਜ਼ੀ ਕਰ ਲੈਣ, ਭਾਵੇਂ ਸੈਂਟਰ ਦੀਆਂ ਚਾਲਾਂ ਨੇ, ਭਾਵੇਂ ਸੈਂਟਰ ਦੇ ਭਾਈਵਾਲ ਨੇ। ਉਹ ਸ਼੍ਰੋਮਣੀ ਅਕਾਲੀ ਦਲ ਜਿਹਨੇ ਕੁਰਬਾਨੀਆਂ ਕੀਤੀਆਂ, ਉਹਨਾਂ 'ਚੋਂ ਇੱਕ ਵੀ ਸਿੱਖ ਨਹੀਂ ਆਏ। ਇਹ ਜਿੰਨੇ ਨਵੀਂ ਭਰਤੀ ਹੋਈ ਹੈ, ਇਹ ਸਾਰੇ ਲਾਲਚੀ ਨੇ ਵੀ ਮੇਰਾ ਪੁੱਤ, ਮੇਰਾ ਪੋਤਾ, ਮੇਰੇ ਘਰ ਵਾਲੀ, ਮੇਰਾ ਪਰਿਵਾਰ ਹੀ ਸਿਆਸਤ ਵਿੱਚ ਆਵੇ। ਜਾਂਦੇ ਉਹ ਬੜਕਾਂ ਜਿਹੜੀਆਂ ਨੇ ਫੋਕੀਆਂ ਝੂਠੀਆਂ ਤੇ ਮਾਰਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਉਹ ਬੜਕ ਨਹੀਂ ਚੱਲਣੀ। ਲੋਕਾਂ ਨੂੰ ਜਿਹੜਾ ਬੁਖਾਰ ਸੀਗਾ ਆਮ ਆਦਮੀ ਪਾਰਟੀ ਦਾ 106 ਚੜਿਆ, ਉਹ ਲੱਥ ਚੁੱਕਾ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਸਿੱਧੂ ਮੂਸੇਵਾਲੇ ਦਾ ਗੀਤ ਆਉਂਦਾ SYL, ਤਾਂ ਉਸ ਦੇ ਵਿੱਚ ਜ਼ਿਕਰ ਹੁੰਦਾ ਹੈ ਬਲਵਿੰਦਰ ਸਿੰਘ ਜਟਾਣਾ ਦਾ। ਬਲਵਿੰਦਰ ਸਿੰਘ ਜਟਾਣਾ ਹੋਰਾਂ ਦਾ ਜਦੋਂ ਜ਼ਿਕਰ ਆਉਂਦਾ ਤਾਂ ਬਹੁਤ ਸਾਰੇ ਸਿੰਘਾਂ ਦਾ ਫਿਰ ਨਾਲ ਹੀ ਚਰਚਾਵਾਂ ਛੱਡਦੀਆਂ। ਉਹਨਾਂ ਦੇ ਵਿੱਚੋਂ ਭਾਈ ਚਰਨਜੀਤ ਸਿੰਘ ਚੰਨਾ ਵੀ ਰਹਿੰਦੇ ਨੇ, ਜੋ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਨਾਲ ਹੀ ਰਹਿੰਦੇ ਸੀ। ਇੱਕੋ ਸਮੇਂ ਸ਼ਹਾਦਤ ਹੁੰਦੀ ਹੈ। ਜਦੋਂ ਇੱਕ ਗੀਤ ਦੇ ਵਿੱਚ ਜ਼ਿਕਰ ਆਉਂਦਾ, ਚਰਚਾਵਾਂ ਬਹੁਤ ਹੁੰਦੀਆਂ, ਸਰਚਾਂ ਵੱਜਦੀਆਂ, ਫਿਰ ਉਹ ਇਤਿਹਾਸ ਫਰੋਲਿਆ ਜਾਂਦਾ ਹੈ। ਹਰ ਕੋਈ ਜਾਣਨ ਦਾ ਯਤਨ ਕਰਦਾ ਹੈ ਕਿ ਆਖਰ ਕੀ ਹੋਇਆ ਸੀ, ਕੌਣ ਸੀ ਭਾਈ ਬਲਵਿੰਦਰ ਸਿੰਘ ਜਟਾਣਾ, ਕੌਣ ਸੀ ਚਰਨਜੀਤ ਸਿੰਘ ਚੰਨਾ। ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ, ਚਰਚਾਵਾਂ ਕਰਦੇ, ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਹੁੰਦੀਆਂ। ਪਰ ਅੱਜ ਭਾਈ ਚਰਨਜੀਤ ਸਿੰਘ ਚੰਨਾ ਦੇ ਪਿੰਡ, ਰੋਪੜ ਜ਼ਿਲ੍ਹੇ ਦਾ ਪਿੰਡ ਹੈ ਝੱਲੀਆਂ, ਜਿੱਥੇ ਕਿ ਬਰਸੀ ਮਨਾਈ ਜਾ ਰਹੀ ਹੈ ਭਾਈ ਚਰਨਜੀਤ ਸਿੰਘ ਚੰਨਾ ਹੋਰਾਂ ਦੀ। ਬੀਤੇ ਦਿਨੀ ਭਾਈ ਬਲਵਿੰਦਰ ਸਿੰਘ ਜਟਾਣਾ ਹੋਰਾਂ ਦੇ ਵੀ ਬਰਸੀ ਸਮਾਗਮ ਚਮਕੌਰ ਸਾਹਿਬ ਵਿਖੇ ਮਨਾਏ ਜਾਂਦੇ। ਪਰ ਜਿੰਨੇ ਵੱਡੇ ਪੱਧਰ ਦੇ ਉੱਤੇ ਚਰਚਾਵਾਂ ਹੁੰਦੀਆਂ, ਜਿੰਨੇ ਵੱਡੇ ਪੱਧਰ ਦੇ ਉੱਤੇ ਕੌਮ ਕਹਿੰਦੀ ਹੈ ਕਿ ਸਾਡੇ ਸ਼ਹੀਦ ਹੈ, ਸ਼੍ਰੋਮਣੀ ਕਮੇਟੀ ਵੀ ਤਸਵੀਰਾਂ ਲਾਉਣ ਦੀਆਂ ਗੱਲਾਂ ਕਰਦੀ ਹੈ, ਪਰ ਉਹਨੇ ਵੱਡੇ ਪੱਧਰ ਦੇ ਉੱਤੇ ਸੰਗਤ ਨਹੀਂ ਦੇਖੀ ਜਾਂਦੀ। ਪਰਿਵਾਰ ਹੈ ਨਾਲ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਕੋਈ ਸਿੰਘ ਆਏ, ਗੱਲਬਾਤ ਕਰਦੇ ਹਾਂ। ਪਹਿਲਾਂ ਭਰਾ ਨੇ ਭਾਈ ਚਰਨਜੀਤ ਸਿੰਘ ਚੰਨਾ ਹੋਰਾਂ ਦੇ, ਸਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰ ਸ਼ਹੀਦ ਭਾਈ ਚਰਨਜੀਤ ਸਿੰਘ ਚੰਨੇ ਦਾ ਭਰਾ ਹਾਂ ਜੀ। ਕਿਵੇਂ ਦੇਖਦੇ ਹੋ ਅੱਜ ਬਰਸੀ ਸਮਾਗਮ ਮਨਾਏ ਜਾ ਰਹੇ ਆ? ਸ਼ਹਾਦਤ ਪਾਈ ਸੀ ਕੌਮ ਦੇ ਲਈ ਤੇ ਕਿਸੇ ਨਿੱਜੀ ਗੱਲਾਂ ਕਰਕੇ ਸ਼ਹੀਦ ਨਹੀਂ ਸੀ ਹੋਏ, ਕੌਮ ਦੇ ਲਈ ਸ਼ਹੀਦ ਹੋਏ ਸੀ। ਪਰ ਅੱਜ ਸ਼ਹੀਦਾਂ ਦੇ ਸਥਾਨਾਂ ਦੇ ਉੱਤੇ ਜਦੋਂ ਬਰਸੀਆਂ ਮਨਾਈ ਜਾਂਦੀਆਂ ਤਾਂ
ਕੌਮ ਤੁਸੀਂ ਦੇਖਦੇ ਹੋ ਵੀ ਖੜੀ ਮਿਲਦੀ ਨਾਲ? ਨਹੀਂ ਜੀ, ਇਹ ਸਾਡੇ ਜਰਮਨ ਤੋਂ ਆਏ ਭਲਵਾਨ ਸਿੰਘ ਜੀ, ਭੁਪਿੰਦਰ ਸਿੰਘ ਭਲਵਾਨ ਸਿੰਘ ਜੀ, ਇਹਨਾਂ ਦੇ ਸਹਿਯੋਗ ਨਾਲ ਆਪਾਂ ਬਰਸੀ ਮਨਾ ਰਹੇ ਸਾਰੀ। ਤੁਸੀਂ ਸੁਨੇਹੇ ਲਾਏ ਸੀ ਸਾਰੇ ਪਾਸੇ, ਕੌਮ ਦੀਆਂ ਵੱਡੀਆਂ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਹੈ, ਜਥੇਦਾਰ ਸਾਹਿਬਾਨ, ਹੋਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਇਹੋ ਜਿਹੀਆਂ ਜਿਹੜੀਆਂ ਕਹਿੰਦੀਆਂ ਕਿ ਅਸੀਂ ਪੰਥਕ ਹੋਣ ਦਾ ਦਾਅਵਾ ਕਰਦੀਆਂ, ਤੇ ਉਹ ਉਹਨਾਂ ਨੂੰ ਸੁਨੇਹੇ ਲਾਏ ਸੀ? ਮੈਂ ਤਾਂ ਨੈੱਟ ਤੇ ਪਾਤਾ ਜੀ ਸਭ ਨੂੰ। ਹਾਂਜੀ, ਨੈੱਟ ਤੇ ਪਾਤਾ, ਬਾਕੀ ਦਾ ਦੇਖ ਲਓ, ਜਿਹਨੇ ਦੇਖਣਾ ਉਹ ਪਤੀ ਆਏ ਪਤੀ ਨਹੀਂ, ਜਿਨ੍ਹਾਂ ਨੇ ਆਉਣਾ ਤਾਂ ਉਹ ਆ ਗਏ ਜੀ। ਤੇ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਹੈ ਬਹੁਤ ਵੱਡੀ ਹੈ, ਤੇ ਗੱਲਾਂ ਚਰਚਾਵਾਂ ਬਹੁਤ ਹੁੰਦੀਆਂ। ਜ਼ਮੀਨੀ ਧਰਾਤਲ ਤੇ ਤੁਸੀਂ ਕੀ ਸਮਝਦੇ ਹੋ ਵੀ ਕਿਉਂ ਜਿਹੜੀ ਇਹ ਚੀਜ਼ ਕਮੀ ਰਹਿ ਜਾਂਦੀ? ਇਹਨਾਂ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭੁਪਿੰਦਰ ਸਿੰਘ ਭਲਵਾਨ ਖੰਡ ਕੀਰਤਨੀ ਜਥਾ ਜਰਮਨੀ। ਦਾਸ ਇਸ ਪ੍ਰੋਗਰਾਮ ਦੇ ਤੇ ਝੱਲੀਆਂ ਚੰਨੇ ਹੋਣਾ ਦੀ ਤੇ ਪਹਿਲੋਂ ਵੀ ਕਾਫੀ ਵਾਰੀ ਆਇਆ, ਤੇ ਐਤਕੀ ਵੀ ਅਸੀਂ ਆਏ ਹਾਂ। ਪਰ ਮੈਨੂੰ ਦੁੱਖ ਲੱਗਦਾ ਇਹ ਗੱਲ ਦਾ ਵੀ ਜਿਹੜਾ ਜਟਾਣਾ ਆਇਆ ਸੀ ਉਹਦੇ ਨਾਲ ਬਹੁਤ ਸਮਾਂ ਗੁਜ਼ਾਰਿਆ ਸੀ ਜਟਾਣੇ ਹੋਣਾ ਨਾਲ, ਤੇ ਇੰਨਾ ਸਮਾਂ ਗੁਜ਼ਾਰਨ ਦੇ ਬਾਅਦ ਅਸੀਂ ਲੋਕਾਂ ਨੂੰ ਚੰਨੀ ਬਾਰੇ ਬੜਾ ਲੋਕਾਂ ਨੂੰ ਦੱਸਿਆ। ਕਿਸੇ ਨੇ ਸਾਡੀ ਦੀ ਸੁਣੀ ਵੀ ਇਹ ਉਹ ਮਹਾਨ ਯੋਧੇ ਸੀ ਜਿਹੜੀ ਅੱਜ ਸਿਆਸਤ ਜਿਨ੍ਹਾਂ 'ਤੇ ਹੋ ਰਹੀ ਆ ਨਹਿਰ ਦੇ ਪਾਣੀਆਂ ਦੀ, ਵੀ ਇਹ ਬੰਦੇ ਆ ਜਿਨ੍ਹਾਂ ਨੇ ਨਹਿਰ ਡੱਕੀ ਸੀ, ਪਰ ਕੋਈ ਉਹਦਾ ਕਿਸੇ 'ਤੇ ਕੋਈ ਅਸਰ ਨਹੀਂ ਹੋਇਆ, ਨਾ ਨੌਜਵਾਨਾਂ 'ਤੇ ਨਾ ਉਹਦੇ ਸੰਗਤ ਦੇ ਉੱਤੇ। ਪਰ ਮੂਸੇਵਾਲੇ ਦੇ 2 ਬੋਲਾਂ ਦੇ ਉੱਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਚੰਨੀ ਤੇ ਜਟਾਣਾ ਹੈ ਕੌਣ ਸਨ। 4 ਕਰੋੜ ਬੰਦੇ ਨੇ ਉਹਨਾਂ ਨੂੰ YouTube ਦੇ ਉੱਤੇ ਉਹਨਾਂ ਨੂੰ ਫੋਲੋ ਕੀਤਾ, ਪੁੱਛਿਆ ਵੇਖਿਆ ਵੀ ਚੰਨੀ ਤੇ ਜਟਾਣਾ ਹੈ ਕੌਣ। 4 ਕਰੋੜ ਬੰਦੇ ਨੇ 2 ਲਫ਼ਜ਼ਾਂ ਨਾਲ। ਉਸ ਤੋਂ ਬਾਅਦ ਵੀ ਲੋਕਾਂ ਨੂੰ ਇੰਨੀ ਜ਼ਿਆਦਾ 2-4 ਦਿਨ ਵਾਸਤੇ ਜ਼ਰੂਰ ਗੱਲ ਚੱਲੀ ਆ। ਅਸਾਂ ਸੋਸ਼ਲ ਮੀਡੀਆ ਤੇ ਇੰਨਾ ਪ੍ਰਚਾਰ ਕੀਤਾ ਵੀ ਝੱਲੀਆਂ ਪਿੰਡ ਦੇ ਵਿੱਚ ਚੰਨੇ ਤੇ ਜਟਾਣੇ ਦੀ ਬਰਸੀ ਬਣਾਈ ਜਾ ਰਹੀ ਆ, ਸਾਰੇ ਸੰਗਤਾਂ ਉੱਥੇ ਪਹੁੰਚੋ। ਤੁਹਾਡੇ ਸਾਹਮਣੇ ਕਿੰਨੇ ਕੁ ਲੋਕ ਆਏ ਆ, ਵੇਖ ਲਿਆ ਤੁਸੀਂ। ਸਾਡੀ ਸਿੱਖ ਕੌਮ ਜਿਹੜੀ ਆ ਇਹ ਬਹੁਤ ਸੁੱਤੀ ਪਈ ਆ, ਇਹਨੂੰ ਬਹੁਤ ਜਗਾਉਣ ਦੀ ਲੋੜ ਆ। ਇਹਦਾ ਵਿੱਚ ਸਹਿਯੋਗ ਤੁਹਾਡਾ ਬਹੁਤ, ਸੋਸ਼ਲ ਮੀਡੀਆ ਦਾ ਬੜਾ ਵੱਡਾ ਸਹਿਯੋਗ ਵਾ, ਪਰ ਫਿਰ ਤੁਹਾਡੇ ਸਹਿਯੋਗ ਦੇ ਨਾਲ ਬਗੈਰ ਵੀ ਤੁਸੀਂ ਆਪ ਵੇਖ ਲਓ ਵੀ ਆ ਤੁਹਾਡਾ ਜਿਹੜਾ ਚੈਨਲ ਹੈ, ਮੈਂ ਸੁਣਦਾ ਰਹਿੰਦਾ ਆ, ਕਾਫੀ ਜ਼ਿਆਦਾ ਪ੍ਰਚਾਰ ਜਿਹੜਾ ਸਿੱਖੀ ਦਾ ਉਹ ਇਸ ਮੁੱਦੇ ਤੇ ਕਰਦੇ ਆ ਬਹੁਤ ਜ਼ਿਆਦਾ। ਮੈਂ ਤੁਹਾਡੇ ਇਹ ਚੈਨਲ ਜਿਹੜਾ ਹੈਗਾ ਪੰਜਾਬੀ ਲੋਕ ਮੰਚ, ਤੁਹਾਡੇ ਜਿਹੜੇ ਹੈਗੇ ਸੀਨੀਅਰ ਬੰਦੇ ਉਹ ਵੀ ਮੈਨੂੰ ਜਾਣਦੇ, ਸਾਰੇ ਕਰਦੇ ਆ। ਇਹਦੇ ਬਾਵਜੂਦ ਵੀ ਇਹ ਲੋਕਲ ਏਰੀਏ ਦੇ ਲੋਕ ਨਹੀਂ ਪਹੁੰਚੇ, ਦੂਰੋਂ ਸਾਡੇ ਕੋਲ। ਅਸੀਂ ਅੰਮ੍ਰਿਤਸਰ ਤੋਂ ਆਏ ਜੀ, ਅੰਮ੍ਰਿਤਸਰ ਤੋਂ ਆਏ, ਬਾਹਰੋਂ ਭਾਈ ਪਾਲ ਸਿੰਘ ਫਰਾਂਸ ਬਾਹਰੋਂ ਆਇਆ ਸੀ, ਬਾਹਰੋਂ ਆਇਆ, ਪਰ ਅਸੀਂ ਤਾਂ ਸਪੈਸ਼ਲੀ ਇਹ ਬਰਸੀਆਂ ਬਣਾਉਣ ਵਾਸਤੇ ਆਉਂਦੇ ਆ। ਬਾਹਰੋਂ ਛੱਡ ਕੇ ਲੋਕਲ ਲੋਕ ਨਹੀਂ ਆਏ, ਅੰਮ੍ਰਿਤਸਰ ਤੋਂ ਅਸੀਂ ਆਏ ਆ। 10-12 ਬੰਦੇ ਜਿਹੜੇ ਬੈਠੇ ਆ ਨਾ ਜੀ, ਹਰੇ ਇਹ ਸਾਰੇ 10-12 ਜਿਹੜੇ ਅੰਮ੍ਰਿਤਸਰ ਤੋਂ ਆਏ ਜੀ। ਬਿਲਕੁਲ। ਜੇ ਸ਼੍ਰੋਮਣੀ ਕਮੇਟੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹੁਣ ਤਸਵੀਰਾਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਲਾਉਣ ਦੀਆਂ ਚਰਚਾਵਾਂ ਜਿਹੜੀਆਂ ਗੱਲਾਂ ਚੱਲਦੀਆਂ, ਤੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ, ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਕਾਲੇ ਚੋਲੇ ਪਾ ਕੇ ਜਿਹੜੇ ਹੈਗਾ ਮਾਰਚ ਕੱਢਣਾ ਹੈ, ਕਾਲੇ ਚੋਲੇ ਪਾ ਕੇ ਜਾਣਾ। ਤੁਸੀਂ ਇਹ ਚੀਜ਼ਾਂ ਨੂੰ ਸਹੀ ਸਮਝਦੇ ਹੋ ਕਿ ਇਹ ਉਹੀ ਰਾਹ ਹੈ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣਾ ਹੋਰਾਂ ਨੇ ਅਪਣਾਇਆ ਸੀ? ਜੇ ਵੇਖਿਆ ਜਾਵੇ ਤਾਂ ਆਪਣੀ ਰਿਵਾਇਲ ਭਾਲਦੇ ਇਹਦੇ ਵਿੱਚੋਂ ਬੰਦੀ ਸਿੰਘਾਂ ਦੀ ਰਿਹਾਈ 'ਚੋਂ, ਚਾਹੇ ਜਿੱਦਾਂ ਜਟਾਣੇ ਦੀ ਤੇ ਚੱਲੇ ਦੀ ਫੋਟੋ ਵਾਲ ਵੀ ਜਿਹੜੀ ਗੱਲ ਹੈ ਲੱਗੂਗੀ, ਹਰ ਹਾਲ 'ਚ ਲੱਗੇਗੀ, ਪਰ ਉਹ ਆਪਣਾ ਖੁੱਸਿਆ ਜਿਹੜਾ ਰਾਜ ਭਾਗ ਹੈ ਨਾ, ਉਹਦੇ ਲੈਣ ਵਾਸਤੇ ਉਹ ਕਰ ਰਿਹਾ, ਉਹ ਦਿਲੋਂ ਨਹੀਂ ਚਾਹੁੰਦੇ। ਔਰ ਸਰਕਾਰ ਸੈਂਟਰ ਨੂੰ ਵੀ ਇਹ ਗੱਲ ਦਾ ਪਤਾ ਹੈ ਵੀ ਇਹ ਆਪਣੀ ਰਿਵਾਈਲ ਭਾਲਦੇ ਆ, ਰਿਵਾਈਲ ਭਾਲਦੇ। ਉਹ ਸੰਗਤ ਜਿਹੜੀ ਆ ਉਹ ਉਹਨਾਂ ਨੂੰ ਪਤਾ ਵੀ ਇਹ ਤਾਂ ਤੇ ਸਾਨੂੰ ਨਵੇਂ ਸਿਰ ਤੋਂ ਜਿਹੜੀਆਂ ਬਾਕੀ ਸਿੱਖ ਸੰਗਤਾਂ ਨੇ ਉਹ ਆਪਣੀਆਂ ਇਕੱਠੀਆਂ ਹੋਣ ਤੇ ਇਹ ਫੇਰ ਇਹ ਮਸਲੇ ਹੱਲ ਕਰ ਸਕਦੇ ਆ। ਅਸੀਂ ਦਿਲਾਵਰ ਸਿੰਘ ਦੀ ਬਰਸੀ ਅਕਾਲ ਤਖ਼ਤ ਸਾਹਿਬ ਤੇ ਮਨਾਉਂਦੇ ਆ, ਕੱਲ ਜਟਾਣੇ ਦੀ ਬਰਸੀ ਅਕਾਲ ਤਖ਼ਤ ਸਾਹਿਬ ਤੇ ਮਨਾਈ ਗਈ ਆ। ਇਹ ਸਾਨੂੰ ਉੱਥੇ ਕੁੱਤਿਆ ਕਰਦੇ ਹੁੰਦੇ ਸੀ, ਪਰ ਹੁਣ ਸਾਨੂੰ ਉੱਥੇ ਸਹਿਯੋਗ ਦਿੰਦੇ ਆ, ਇੱਥੇ ਬਿਠਾਉਂਦੇ ਆ ਕਿ ਇਹ ਚੀਜ਼ ਦੀ ਲੋੜ ਹੈ, ਦੱਸੋ ਕਿਉਂ ਕਰਦੇ ਆ? ਕਿਉਂ ਕਰਦੇ ਆ ਜੀ? ਇਹ ਇਸ ਕਰਕੇ ਕਰਦੇ ਨੇ ਵੀ ਇਹ ਆਪਣਾ ਜਿਹੜਾ ਰਾਜ ਭਾਗ ਲੋਕਾਂ ਨੇ ਦਰਕਾਰ ਦਿੱਤੇ ਆ, ਲੋਕਾਂ ਨੇ ਦਰਕਾਰ ਤੇ ਦੁਬਾਰਾ ਰਿਮਾਈਂਡ ਭਾਲਦੇ ਆ ਇਸ ਚੀਜ਼ ਦੇ ਵਿੱਚੋਂ ਵੀ ਸ਼ਾਇਦ ਸਾਡੇ ਦਾ ਇਹ ਲੋਕ ਲੱਗ ਜਾਣਗੇ। ਪਰ ਮੈਂ ਕਹਿੰਦਾ ਵੀ ਚੰਗੀ ਗੱਲ ਆ, ਦੇਰ ਆਏ ਦਰੁਸਤ ਆਏ, ਪਰ ਕਰਨ ਜ਼ਰੂਰ, ਦਿਲੋਂ ਕਰਨ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਕਰਨ। ਪਰ ਇੱਦਾਂ ਨਹੀਂ ਹੈਗੀ ਜੇ 4 ਸਿੰਘ ਹੁਣ ਜੇ ਕੱਲ੍ਹ ਝੱਲੀਆਂ, ਮੈਂ ਖਾਸ ਕਰਕੇ ਪ੍ਰਧਾਨ ਨੂੰ ਵੀ ਕੀਤੀ ਬੇਨਤੀ ਵੀ ਝੱਲੀਆਂ ਪਿੰਡ ਚੰਨੇ ਦੀ ਬਰਸੀ ਬਣਾਈ ਜਾ ਰਹੀ ਹੈ ਸਖਤ। ਕੱਲ੍ਹ ਉਹਨਾਂ ਨੇ ਉੱਥੇ ਜਟਾਣੇ ਦੀ ਬਰਸੀ ਵਾਸਤੇ ਸਤਪਾਲ ਸਿੰਘ ਵੀ ਉੱਥੇ ਗਿਆ ਸੀ, ਸ਼੍ਰੋਮਣੀ ਕਮੇਟੀ ਦੇ 100 ਬੰਦਾ ਬਿਠਾਤਾ ਉਹਦਾ, ਮੈਂ ਜਿੰਨੇ ਮੁਲਾਜ਼ਮ ਵੀ ਸਾਰੇ ਬਿਠਾਤੇ। ਇੱਥੇ ਨਹੀਂ ਭੇਜ ਸਕਦੇ, ਇੱਥੇ ਵੀ ਆਪਣੇ ਮੁਲਾਜ਼ਮਾਂ ਨੂੰ ਕਹਿੰਦੇ 2 ਗੱਡੀਆਂ 4 ਗੱਡੀਆਂ ਭਰ ਕੇ ਜਾਓ, ਕਿਉਂ ਨਹੀਂ ਆਏ? ਇਹ ਸਿਰਫ ਗੱਲੀ ਬਾਤੀ ਕੜਾ ਕਰਦੇ ਆ, ਜਿਹੜੀ ਆ ਪ੍ਰੈਕਟੀਕਲ ਦੇ ਤੌਰ ਤੇ ਨਹੀਂ ਇਹ ਗੱਲ ਤੇ ਆਏ। ਇਹ ਪ੍ਰੈਕਟੀਕਲ ਤੌਰ ਤੇ ਜਦੋਂ ਆ ਜਾਣਗੇ ਨਾ, ਲੋਕਾਂ ਨੂੰ ਵਾਕਿਆ ਪਤਾ ਲੱਗ ਜੂਗਾ ਵੀ ਇਹ ਵਾਕਿਆ ਹੀ ਹੁਣ ਇਹਨਾਂ ਨੂੰ ਸੱਟ ਵੱਜੀ ਆ ਤੇ ਚਾਹੁੰਦੇ ਆ, ਤੇ ਸਭ ਕੁਝ ਹੋ ਜੂਗਾ। ਸਿੱਖ ਜਿਹੜੇ ਆ ਉਹ ਮਾਫ ਕਰਨਾ, ਸਾਡੀ ਸਿੱਖ ਕੌਮ ਹੈ ਨਾ ਬਹੁਤ ਛੇਤੀ ਭੁੱਲ ਜਾਂਦੀ ਆਪਣੇ ਕੀਤੇ ਜ਼ੁਲਮਾਂ ਨੂੰ, ਇਹਨਾਂ ਨੂੰ ਵੀ ਮਾਫ ਕਰ ਦੇਣਗੇ। ਪਰ ਅਜੇ ਇਹਨਾਂ ਦੀ ਦਿਲੋਂ ਇਹ ਮੇਰਾ ਖਿਆਲ ਹੈ ਵੀ ਅਜੇ ਨਹੀਂ ਇਹ ਚੀਜ਼ ਉੱਤੇ ਚੱਲੇ ਪਈ ਆਹੀ ਇਹ ਵਾਕਿਆ ਹੀ ਜੇ ਸ਼ਹੀਦਾਂ ਦੇ ਬਰਸੀਆਂ ਦੇ ਉੱਤੇ, ਚਾਹੇ ਇਹਨਾਂ ਦੀ ਫੋਟੋਆਂ ਤੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਵੀ ਦਿਲੋਂ ਜੇ ਚੱਲਦੇ ਆ ਨਾ। ਨੌਜਵਾਨਾਂ ਨੂੰ ਦੱਸਣ ਦੀ ਜ਼ਿੰਮੇਵਾਰੀ ਕਿਹਦੀ ਸੀ? ਹੁਣ ਬੜੇ ਲੰਮੇ ਸਮੇਂ ਤੋਂ ਚਲੋ ਇੱਕ
ਜਿਹੜੀ ਹੈਗੀ ਪੁਸ਼ਤੇ ਲੰਘ ਚੁੱਕੀ, ਇੱਕ ਪੀੜ੍ਹੀ ਗੁਜ਼ਰ ਚੁੱਕੀ ਆ। ਜਿਹੜੇ ਨੌਜਵਾਨ ਹੁਣ ਜਵਾਨ ਆ ਉਹਨਾਂ ਨੂੰ ਸ਼ਾਇਦ ਉਹ ਚੀਜ਼ ਦਾ ਪਤਾ ਨਾ ਹੋਵੇ, ਕਹਿੰਦੇ ਜਨਮੇ ਬਾਅਦ ਦਾ ਹੋਣਾ ਜੋ ਮਾਹੌਲ ਉਦੋਂ ਸੀਗਾ। ਤੇ ਹੁਣ ਨੌਜਵਾਨਾਂ ਨੂੰ ਦੱਸ ਨਹੀਂ ਪਾਏ ਅਸੀਂ, ਸਾਡੀ ਕੌਮ ਦੱਸ ਹੀ ਨਹੀਂ ਸਕੀ, ਸਾਡੇ ਬੱਚਿਆਂ ਨੂੰ ਜ਼ਿੰਮੇਵਾਰ ਕਿਹਨੂੰ ਮੰਨਦੇ? ਜ਼ਿੰਮੇਵਾਰ ਵੇਖੋ ਜੀ ਸਾਰੇ, ਜਿਹੜੀ ਵੇਖੋ ਸੈਂਟਰ ਦੀ ਇੱਕ ਚਾਲ ਸੀ। ਤੁਸੀਂ ਵੇਖੋ ਜੀ ਸਾਡਾ ਮਾਝਾ ਜਿਹੜਾ ਹੈ ਨਾ, ਇੱਕ ਪਨੀਰੀ ਉਹਨਾਂ ਨੇ ਕੋਈ ਸਮਾਂ ਸੀ ਜਦੋਂ ਮਾਝੇ ਦੇ ਵਿੱਚ ਕਈ ਸਾਲ ਬਰਾਤਾਂ ਨਹੀਂ ਆਈਆਂ, ਸਾਰੇ ਰਗੜ ਤੇ। ਇੱਧਰ ਜਿਹੜਾ ਰੋਪੜ ਜ਼ਿਲ੍ਹਾ ਆ, ਇਹ ਬੱਬਰਾਂ ਦੀ ਇੱਕ ਬੈਲਟ ਗਣੀ ਜਾਂਦੀ ਸੀ ਮਾਝੇ ਤੋਂ ਬਾਅਦ। ਤੇ ਇਹ ਬੰਦੇ ਜਦੋਂ ਸੈਂਟਰ ਦੀ ਇੱਕ ਚਾਲ ਸੀ, ਜਿਹਦੇ ਭਾਈਵਾਲ ਸਾਡੀਆਂ ਸਰਕਾਰਾਂ ਵੀ ਨੇ, ਉਹ ਚਾਹੁੰਦੇ ਸੀ ਵੀ ਇਹ ਜਿਹੜੀ ਨਵੀਂ ਇਹ ਦੱਸਣ ਦਾ ਮਤਲਬ ਵੀ ਸਾਡੀ ਜਿਹੜੀ ਨਵੀਂ ਜਿਹੜੀ ਅਗਲੀ ਜਨਰੇਸ਼ਨ ਸੀ ਸਾਡੇ ਤੋਂ ਬਾਅਦ, ਅਸੀਂ ਬਚ ਗਏ, ਕੁਝ ਸ਼ਹੀਦ ਹੋ ਗਏ, ਕੋਈ ਬਾਹਰ ਚਲੇ ਗਏ, ਪਰ ਜਿਹੜੇ ਸਾਡੇ ਤੋਂ ਬਾਅਦ ਸੀ ਸਾਡੇ ਬੱਚੇ ਜਿਹੜੇ ਸੀਗੇ ਉਹ ਇਹਨਾਂ ਨੇ ਨਸ਼ਿਆਂ ਦੇ ਲਾਤੇ, ਇੰਨੇ ਨਸ਼ਿਆਂ ਤੇ ਲਾਤੇ, ਉਹਨਾਂ ਨੂੰ ਆਪਣੀ ਸਿੱਖੀ ਬਾਰੇ ਤਾਂ ਪਤਾ ਹੀ ਕੱਖ ਨਹੀਂ। ਉਹ ਤੇ ਮਤਲਬ ਇੰਨੇ ਜ਼ਿਆਦਾ ਖੁੱਝ ਗਏ ਸਿੱਖੀ ਤੋਂ ਕਿ ਇਸ ਤਰ੍ਹਾਂ ਦੀ ਬੇਇੱਜ਼ਤੀ ਉਹ ਕਰਦੇ ਆ। ਜਿਹੜੇ ਸਾਡੇ ਤੇ ਸੰਘਰਸ਼ ਹੋਇਆ 84 ਤੋਂ ਲੈ ਕੇ 82-83 ਤੋਂ 82-83 ਤੋਂ ਲੈ ਕੇ 95 ਤੱਕ, ਜਿਹੜੀ ਇਹ ਜਿਹੜਾ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ। ਜਟਾਣਾ ਕੌਣ ਸੀ, ਚੱਲੀ ਕੌਣ ਸੀ, 84 ਸਾਡੇ ਨਾਲ ਕੀ ਹੋਇਆ, ਕਿਸੇ ਨੂੰ ਨਹੀਂ ਪਤਾ। ਜੇ ਹੁਣ ਸਰਚਾਂ ਵੱਜੀਆਂ ਇੱਕ ਸਿੱਧੂ ਮੂਸੇਵਾਲੇ ਦੇ ਗਾਣੇ ਤੋਂ ਬਾਅਦ, ਜੇ ਬੱਚਿਆਂ ਨੂੰ ਪਤਾ ਲੱਗਿਆ, ਇੱਕ ਲਹਿਰ ਤਾਂ ਬਣੀ ਆ, ਉਹ ਲਹਿਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੁਣ ਕਿਹਦੀ ਹੈ? ਤੁਹਾਨੂੰ ਲੱਗਦਾ ਵੀ ਹੁਣ ਵੀ ਸੰਭਾਲ ਨਹੀਂ ਪਾ ਰਹੇ ਆਪਾਂ ਉਹਨੂੰ, ਉਹ ਲਹਿਰ ਨੂੰ? ਜੇ ਲੋਕਾਂ ਨੂੰ ਪਤਾ ਲੱਗਿਆ ਤਾਂ ਇੱਥੇ ਤੱਕ ਨਹੀਂ ਆਏ ਬੱਚੇ। ਦੇਖੋ ਜੀ, ਸਾਨੂੰ ਸਾਡੇ ਆਪਣੇ ਗੁਰੂ ਤੇ ਭਰੋਸਾ ਆ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇਹ ਬਾਹਰ ਦੀਆਂ ਸਿੱਖ ਸੰਗਤਾਂ ਆ, ਬਹੁਤ ਤਿੱਖੀ ਨਜ਼ਰ ਦੇ ਨਾਲ ਪੰਜਾਬ ਨੂੰ ਵੇਖ ਰਹੀਆਂ ਨੇ। ਜੋ ਕੁਝ ਕਰਨਾ ਬਾਹਰ ਵਾਲਿਆਂ ਨੇ ਕਰਨਾ। ਬਾਹਰ ਤੁਸੀਂ ਜਾ ਕੇ ਵੇਖ ਲਓ, ਤੁਹਾਨੂੰ ਪਤਾ ਲੱਗੂਗਾ ਕਿਸੇ ਗੁਰਦੁਆਰੇ ਬੈਠਾ ਵੀ ਵਾਕਈ ਇਹ ਪੰਜਾਬ ਹੈ ਜਾਂ ਸਿੱਖ ਨੇ। ਇੱਥੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਚਾਹ ਲਾ ਲਓ, ਚਾਹੇ ਅਕਾਲੀ ਦਲ ਦੀ ਕਿਤੇ ਰੈਲੀ ਲਾ ਲਓ, ਉਹਦੇ 'ਚ ਤੁਹਾਨੂੰ ਐਂ ਲੱਗਦਾ ਜਿੱਦਾਂ ਯੂਪੀ ਬਿਹਾਰ ਦੀ ਰੈਲੀ ਹੋਣ ਡਈ ਆ। ਕੋਈ ਤੁਹਾਨੂੰ ਸਿੱਖ ਨਹੀਂ ਲੱਭਣਾ ਮੁੰਡਾ, ਕੋਈ ਬਜ਼ੁਰਗ ਹੋਵੇ, ਚਾਹੇ ਸਾਰੇ ਕਲੀਨ ਸ਼ੋ ਹੋਈ ਫਿਰਦੇ ਆ। ਇਹ ਕਰਕੇ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਆ। ਵੇਖੋ ਜਦੋਂ ਕਿਰਪਾ ਹੁੰਦੀ ਆ ਨਾ, ਮਹਾਰਾਜ ਕਹਿੰਦੇ ਆ ਨਾ, ਇਸੀ ਨਦਰ ਪੁੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ ਦਾ, ਦਰ ਮੰਗਣਾ ਭਿੱਖ ਪਾਏ ਦਾ। ਇਹਨਾਂ ਦਾ ਹਾਲ ਉਹ ਹੋ ਗਿਆ ਵਾ। ਇਹ ਇੱਕ ਮੰਗਤਾ ਹੁੰਦਾ ਜਦੋਂ ਭਿੱਖਿਆ ਮਿਲ ਜਾਂਦੀ ਹੈ, ਉਹ ਦਰ ਜਾਂਦਾ ਤੇ ਅਸੀਂ ਦਿੰਦੇ ਆ, ਚੱਲ ਦਿਓ ਯਾਰ ਆਇਆ। ਇੱਕ ਮੰਗਤਾ ਗੁਰੂ ਮਹਾਰਾਜ ਕਹਿੰਦੇ ਉਹ ਹੁੰਦਾ ਜਿਹੜਾ ਦਰ ਤੇ ਜਾਂਦਾ ਨਾ, ਉਹਨੂੰ ਲੋਕੀ ਗਾਲਾਂ ਕੱਢਦੇ ਆ, ਭੱਜਾ ਤੂੰ। ਉਹ ਇਹਨਾਂ ਦਾ ਉਹ ਹਾਲ ਹੋ ਗਿਆ। ਪਰ ਸਾਡੇ ਸਿੱਖਾਂ ਦੇ ਵਿੱਚ ਵੀ ਤਾਂ ਇਹ ਗੱਲਾਂ ਹੈ। ਜੇ ਇੱਕ ਜਿਹੜੀ ਸੰਸਥਾ ਹੈਗੀ ਹੈ, ਜੇ ਕਹਿ ਲਈਏ ਮਾਨ ਦਲ ਦਾ ਪ੍ਰੋਗਰਾਮ ਹੈ ਤਾਂ ਅਸੀਂ ਨਹੀਂ ਜਾਣਾ, ਜੇ ਸਾਡਾ ਪ੍ਰੋਗਰਾਮ ਹੈ ਤਾਂ ਉਹਨਾਂ ਨੇ ਨਹੀਂ ਆਉਣਾ। ਇਹ ਚੀਜ਼ਾਂ ਕਦੋਂ ਖਤਮ ਹੋ? ਵੇਖੋ ਜੀ, ਮੇਰਾ ਖਿਆਲ ਹੈ ਵੀ ਇਹ ਥੋੜ੍ਹੇ ਸਮੇਂ ਤੱਕ ਨਾ ਅਸੀਂ ਵਰਕ ਕਰ ਰਹੇ ਹਾਂ, ਬਾਹਰ ਵਾਲੇ ਸਾਰਿਆਂ ਬੰਦਿਆਂ ਦਾ ਹੀ ਸਹਿਯੋਗ ਕਰ ਰਹੇ ਆ। ਇਹ ਚੀਜ਼ਾਂ ਜਿਹੜੀਆਂ ਅਸੀਂ ਖਤਮ ਕਰ ਦਿਆਂਗੇ। ਸਾਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਬਾਕੀ ਜਿਹੜੇ ਗਰੁੱਪ ਨੇ, ਜਿਹੜੇ ਐਂਟੀ ਬਾਦਲ ਗਰੁੱਪ ਨੇ, ਉਹ ਇਕੱਠੇ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਉਮੀਦ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਕੋਈ ਨਾ ਕੋਈ ਹੀਲਾ ਵਸੀਲਾ ਬਣੇਗਾ ਇਸ ਚੀਜ਼ ਦਾ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਇਸ ਪਾਸੇ ਤੁਰੇਗੀ। ਤੇ ਸਿੱਖੀ ਕਦੀ ਖਤਮ ਨਹੀਂ ਹੋ ਸਕਦੀ। ਇਹ ਭਾਵੇਂ ਜੋ ਮਰਜ਼ੀ ਕਰ ਲੈਣ, ਭਾਵੇਂ ਸੈਂਟਰ ਦੀਆਂ ਚਾਲਾਂ ਨੇ, ਭਾਵੇਂ ਸੈਂਟਰ ਦੇ ਭਾਈਵਾਲ ਨੇ, ਪਰ ਸਿੱਖੀ ਸਾਡੀ ਗੁਰੂ ਮਹਾਰਾਜ ਅਕਾਲ ਪੁਰਖ ਜਿਹੜਾ ਨਾ, ਸਾਡੀ ਸਿੱਖੀ ਨੂੰ ਨਾ ਖਤਮ ਕਰਨ ਵਾਲਾ ਕੋਈ ਜੰਮਿਆ ਤੇ ਨਾ ਹੋਣਾ ਆ। ਪਰ ਜਿਹੜੀ ਕੌਮ ਆਪਣੀ ਸ਼ਹੀਦਾਂ ਨੂੰ ਭੁੱਲ ਜੇ, ਕਹਿੰਦੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਬਿਲਕੁਲ, ਮੈਂ ਤੁਹਾਡੇ ਨਾਲ ਗੱਲ ਸਹਿਮਤ ਆ, ਪਰ ਉਹਨਾਂ ਨੇ ਜ਼ੋਰ ਲਾ ਲਿਆ। ਪਰ ਹੁਣ ਮੈਨੂੰ ਉਮੀਦ ਆ, ਸਾਨੂੰ ਅਕਾਲ ਪੁਰਖ ਨੇ ਸਾਨੂੰ ਕੋਈ ਜਿੱਦਾਂ ਕਹਿੰਦੇ ਨਾ ਵੀ ਜਦੋਂ ਹਵਾ ਆਉਂਦੀ ਆ, ਬੱਦਲ ਆਉਂਦੇ ਆ, ਤੇ ਉਹ ਪਤਾ ਲੱਗ ਜਾਂਦਾ ਵੀ ਬੱਦਲ ਹਨੇਰੀ ਆ ਰਹੀ ਆ। ਪਰ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹਨੇਰੀ ਆ ਰਹੀ ਆ। ਉਹ ਹਨੇਰੀ ਜਿਹੜੀ ਹੁਣ ਆਪਾਂ ਸੰਭਲਾਂਗੇ ਸਾਰੇ ਰਲ ਕੇ, ਤੁਹਾਡੇ ਸਹਿਯੋਗ ਦੇ ਨਾਲ, ਸੋਸ਼ਲ ਮੀਡੀਆ ਦੇ ਸਹਿਯੋਗ ਨਾਲ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਬਰਸੀਆਂ ਵੀ ਮਨਾਈਆਂ ਜਾ ਕਰਨਗੀਆਂ, ਬੰਦੀ ਸਿੰਘ ਵੀ ਰਿਹਾ ਹੋਣਗੇ, ਸਾਰਾ ਕੁਝ ਹੋਏਗਾ। ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾਂਦੇ, ਕਦੇ ਕਾਲੀਆਂ ਪੱਗਾਂ ਬੰਨ੍ਹ ਕੇ ਕਿਹਾ ਜਾਂਦਾ ਹੈ ਜਾਂ ਕਾਲੇ ਚੋਲੇ ਪਾ ਕੇ, ਇਹ ਜਾਇਜ਼ ਮੰਨਦੇ ਹੋ ਵੀ ਇਹ ਤਰੀਕੇ ਠੀਕ ਆ? ਵੇਖੋ ਜੀ, ਅਸੀਂ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਵੀ ਤੁਸੀਂ ਜਦੋਂ ਆਪਣੀ ਰੋਇਲ ਭਾਲਦੇ ਨਾ ਇਸ ਚੀਜ਼ ਦੇ ਤੋਂ, ਇਹਨੂੰ ਛੱਡ ਦਿਓ, ਕਿਉਂਕਿ ਇਹਦਾ ਜਿਹੜਾ ਬੈਨੀਫਿਟ ਤੁਹਾਨੂੰ ਨਹੀਂ ਮਿਲਣਾ। ਭਾਜਪਾ ਮੋਦੀ ਸਰਕਾਰ ਇਹ ਚਾਹੁੰਦੀ ਆ ਵੀ ਅਸੀਂ ਬੈਨੀਫਿਟ ਭਾਜਪਾ ਨੂੰ ਤੁਹਾਨੂੰ ਕੋ ਦਈਏ। ਤਾਂ ਜਦੋਂ ਤੁਸੀਂ ਇਹ ਜ਼ਿਆਦਾ ਰੌਲਾ ਪਾਉਂਦੇ ਜਿੱਦਾਂ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਲੰਬਾ ਪੈਂਦਾ, ਨੇੜੇ ਨਹੀਂ ਆਉਂਦਾ, ਤੁਸੀਂ ਚੁੱਪ ਕਰ। ਜੇ ਰੌਲਾ ਪਾਉਣਾ ਹੀ ਆ ਨਾ, ਕੋਈ ਇਕੱਲਾ ਨਾ ਪਾਵੇ, ਸਾਰੇ ਸਿੱਖ ਇਕੱਠੇ ਹੋਣ, ਸਾਰੀਆਂ ਸਿੱਖ ਸੰਪਰਦਾ ਇਕੱਠੇ। ਪਿਛਲੇ ਦਿਨਾਂ 'ਚ ਹਰਪ੍ਰੀਤ ਸਿੰਘ ਜਥੇਦਾਰ ਨੇ ਥੋੜ੍ਹਾ ਜਿਹਾ ਕੀਤਾ ਸੀਗਾ ਵੀ ਅਸੀਂ ਇਕੱਠੀਆਂ ਹੋ ਕੇ ਸਾਰੇ ਜਿਹੜੇ ਰੌਲਾ ਇਕੱਠੇ ਹੋ ਕੇ ਕਰੀਏ, ਪਰ ਉਹ ਉਸ ਦਿਨ ਮੈਂ ਵੀ ਮੀਟਿੰਗ 'ਚ ਆਇਆ ਸੀ ਬਾਹਰੋਂ, ਮੈਂ ਸੁਣੀ ਹੈ ਸਾਰੀ ਮੀਟਿੰਗ, ਲੋਕਾਂ ਨੇ ਥੋੜ੍ਹਾ ਜਿਹਾ ਭਾਲਿਆ ਸੀ, ਪਰ ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਵੀ ਇਹ ਬਾਦਲ ਵਾਪਸੀ ਕਰ ਰਹੇ ਆ, ਲੋਕ ਛਾੜ ਗਏ ਆ। ਇਸ ਵਾਸਤੇ ਇਹਨਾਂ ਨੂੰ ਪਹਿਲੋਂ ਤੇ ਆਪਣੇ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਚਾਹੀਦੀਆਂ ਨੇ। ਸਿੱਖਾਂ ਨੂੰ ਪਤਾ ਲੱਗ ਜਾਏ ਕਿ ਅਕਾਲੀ ਦਲ, ਬਾਦਲ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਿਲਕੁਲ ਹੁਣ ਪਾਕ ਪਵਿੱਤਰ ਹੋ ਗਈ ਆ, ਕਿ ਤਾਂ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਆਪਣੀਆਂ ਪਿਛਲੀਆਂ ਭੁੱਲਾਂ ਬਖਸ਼ਾ ਕੇ ਤੇ ਅੱਗੋਂ ਅਸੀਂ ਆਪਣਾ ਸੱਚੇ ਮਨੋਂ, ਸੱਚੇ ਦਿਲੋਂ ਇਹ ਚੀਜ਼ਾਂ ਕਰਨ ਤੇ ਫਿਰ ਅਗਲਾ ਪ੍ਰੋਗਰਾਮ ਦੇਣ, ਫਿਰ ਸਿੱਖ ਸੰਗਤਾਂ ਜਿਹੜੀਆਂ ਇਕੱਠੀਆਂ ਹੋਣ ਤੇ ਸਾਰਾ ਕੰਮ ਹੋਏਗਾ। ਸਿੰਘ ਸਾਹਿਬ ਤਾਂ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਦੀ ਉਹ ਹੁਣ ਬੜਕ ਨਹੀਂ ਰਹੀ,
ਹੁਣ ਜਾ ਕੇ ਪ੍ਰਧਾਨਾਂ ਦੀ ਕੋਈ ਨਹੀਂ ਸੁਣਦਾ। ਜਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਇੱਕ ਬੜਕ ਮਾਰਦੀ ਸੀ ਤਾਂ ਸਾਰਿਆਂ ਦੇ ਉੱਤੇ ਅਸਰ ਹੁੰਦਾ ਸੀ, ਹੁਣ ਉਹ ਬੜਕ ਨਹੀਂ ਰਹੀ, ਜ਼ਿੰਮੇਵਾਰ ਕਿਹਨੂੰ ਮੰਨਦੇ? ਬੜਕ ਦੀ ਵੇਖੋ ਜੀ ਉਹ ਆਪ ਜ਼ਿੰਮੇਵਾਰ ਨੇ, ਬੜਕ ਆਪ ਜ਼ਿੰਮੇਵਾਰ, ਉਹਨਾਂ ਨੇ ਆਪਦੀਆਂ ਨੇ ਗਲਤੀਆਂ ਨੇ। ਜੇ ਸਿੱਖ ਕੌਮ ਦੀ ਬੜਕ ਨੂੰ ਭਲਾ ਭੁੱਲੇ ਕੌਣ? ਉਹਨਾਂ ਦੀ ਆਪਣੀਆਂ ਗਲਤੀਆਂ ਨੇ। ਉਹ ਬੜਕਾਂ ਜਿਹੜੀਆਂ ਨੇ ਫੋਕੀਆਂ ਝੂਠੀਆਂ ਤੇ ਮਾਰਦੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਨੇ, ਉਹ ਬੜਕ ਨਹੀਂ ਚੱਲਣੀ। ਕਾਲੀ ਫੂਲਾਂ ਦੀ ਬੜਕ ਤਾਂ ਚੱਲਦੀ ਸੀ, ਉਹ ਦਿਲੋਂ ਤੇ ਅੰਦਰੋਂ ਬਾਹਰੋਂ ਇੱਕ ਸੀ। ਇਹਨਾਂ ਦੀ ਇਹ ਬੜਕਾਂ ਕਾਲੀ ਫੂਲਾ ਸਾਹਿਬ ਵਾਲੀਆਂ ਹੈ ਨਹੀਂ। ਇੱਕ ਪਾਸੇ ਸਿੰਘ ਸਾਹਿਬ ਕਹਿੰਦੇ ਵੀ ਰੇਲੜੀਆਂ ਕੱਢਣ ਦੀ ਲੋੜ ਨਹੀਂ, ਦੂਜੇ ਪਾਸੇ ਮਾਰਚ ਇਦਾਂ ਦੇ ਕੱਢੇ ਜਾ ਰਹੇ, ਡੀਸੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ। ਵੇਖੋ ਜੀ ਇਹ ਮੈਨੂੰ ਪਤਾ ਦੱਸੋ ਵੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਡੀਸੀਆਂ ਦੇ ਮੰਗ ਪੱਤਰ ਨਾਲ ਹੋ ਜਾਂਦੀ ਹੈ? ਤੁਸੀਂ ਦੱਸੋ, ਪੜ੍ਹੇ ਲਿਖੇ ਹੋ ਤੁਸੀਂ, ਇੱਕ ਮੀਡੀਆ ਨਾਲ ਕਵਰ ਕਰ ਰਹੇ ਹੋ, ਪੜ੍ਹੇ ਲਿਖੇ ਆ, ਉਹ ਕਹਿੰਦੇ ਵੱਡੇ ਅਹੁਦਿਆਂ ਵਾਲੇ ਬੰਦੇ। ਨਹੀਂ ਜੀ ਬਿਲਕੁਲ ਨਹੀਂ, ਡੀਸੀਆਂ ਦੇ ਮੰਗ ਪੱਤਰ ਨਾਲ ਬੰਦੀ ਸਿੰਘ ਰਿਹਾ ਰਹੇ ਹੋਣੇ। ਇਹ ਜਿਹੜੀਆਂ ਉਹ ਬੜਕਾਂ ਵਾਲੀਆਂ ਗੱਲਾਂ ਨੇ, ਮੈਂ ਕਹਿੰਦਾ ਕਿਤੇ ਸਿੰਘ ਸਾਹਿਬ ਨੂੰ ਵੀ ਇਹਨਾਂ ਗੱਲਾਂ 'ਤੇ ਵਿਚਾਰ ਕਰਨੀ ਚਾਹੀਦੀ ਆ ਵੀ ਤੂੰ ਬਿਲਕੁਲ ਰਵਾਇਲ ਉਹਨਾਂ ਦੀ ਨਾ ਭਾਲ ਬਾਦਲਾਂ ਦੀ। ਸੱਚੇ ਮੈਨੂੰ ਉਹਨਾਂ ਨੂੰ ਉਹਨਾਂ ਦੀ ਗਲਤੀ ਕਹਿ ਵੀ ਤੁਹਾਡੀ ਆ ਗਲਤੀ ਆ, ਤੁਸੀਂ ਪੇਸ਼ ਹੋਵੋ, ਤੁਹਾਨੂੰ ਸਿੱਖ ਕੌਮ ਜਿਹੜੀ ਆ ਉਹ ਦਰਕਾਰ ਚੁੱਕੀ ਆ, ਸੱਚ ਮੰਨ ਲੈਣਾ ਚਾਹੀਦਾ। ਕਿੱਦਾਂ ਬੰਦੀ ਸਿੰਘ ਰਿਹਾ ਹੋਣਗੇ? ਬੰਦੀ ਸਿੰਘ ਤੁਹਾਨੂੰ ਮੈਂ ਦੱਸਿਆ ਜੀ, ਇਹ ਪਹਿਲੋਂ ਸਾਰੇ ਜਿਹੜੇ ਬਾਦਲ ਨੇ ਨਾ, ਇਹ ਸਾਰੇ ਜਿੰਨਾ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣੀ ਕਰਦੇ ਆ ਨਾ, ਉਹਦਾ ਲੰਮਾ ਪੈਂਦਾ। ਲੋਕ ਇਹਨਾਂ ਨੂੰ ਦਰਕਾਰ ਚੁੱਕੇ ਆ। ਇਹ ਸਿੱਧੀ ਗੱਲ ਆ ਵੀ ਇਹ ਪਹਿਲੋਂ ਪੇਸ਼ ਹੋ ਕੇ ਆਪਣੇ ਆਪ ਨੂੰ ਪਾਕ ਪਿੱਤਰ ਕਰਨ, ਫਿਰ ਸੰਗਤਾਂ ਨੂੰ ਪ੍ਰੋਗਰਾਮ ਦੇਣ। ਸਾਰੀਆਂ ਸੰਗਤਾਂ ਜਿੱਦਾਂ ਪਿਛਲਾ ਪ੍ਰੋਗਰਾਮ ਦਿੱਤਾ ਸੀਗਾ ਅਕਾਲ ਤਖ਼ਤ ਜਥੇਦਾਰ ਨੇ, ਉਹਦਾ ਇਹ ਪ੍ਰੋਗਰਾਮ ਦੇਣ ਤੇ ਫਿਰ ਲੋਕ ਫਿਰ ਹੋਣਾ ਹੈ ਪ੍ਰੋਗਰਾਮ, ਇਹ ਇਕੱਲੀ ਕਰੀ ਜਥੇਬੰਦੀ ਦਾ ਪ੍ਰੋਗਰਾਮ। ਬਿਲਕੁਲ ਸਿੰਘ ਸਾਹਿਬ, ਤੁਸੀਂ ਕਿੱਦਾਂ ਦੇਖਦੇ ਹੋ, ਕਿਵੇਂ ਦੇਖਦੇ ਹੋ ਕਿ ਜਿਹੜੇ ਹੈਗੇ ਸ਼ਹੀਦ ਹੈ ਕੌਮ ਦੇ? ਹੁਣ ਗੱਲਾਂ ਚਰਚਾਵਾਂ ਸ਼੍ਰੋਮਣੀ ਕਮੇਟੀ ਵੀ ਮੰਨ ਰਹੀ ਹੈ ਕਿ ਕੌਮ ਦੇ ਸ਼ਹੀਦ ਹੈ, ਹਾਲਾਂਕਿ ਲੇਟ ਜਾਗੇ ਆ, ਦੇਰ ਆਏ ਆ, ਦਰੁਸਤ ਆਏ, ਚਲੋ, ਪਰ ਇਹ ਸਮਾਗਮਾਂ ਦੇ ਵਿੱਚ ਸੰਗਤ ਦੀ ਘੱਟ ਸ਼ਿਰਕਤ ਕਰਨਾ ਕਾਰਨ ਕੀ ਸਮਝਦੇ? ਸਾਡੇ ਜਾਗਰੂਕਤਾ ਨਹੀਂ, ਚੇਤਨਤਾ ਨਹੀਂ। ਜਿਨ੍ਹਾਂ ਨੇ ਚੇਤਨਤਾ ਲਿਆਉਣੀ ਹੈ, ਇੱਕ ਹੁੰਦਾ ਸਮਾਜਿਕ ਅਦਾਰਾ, ਇੱਕ ਹੁੰਦਾ ਰਾਜਨੀਤਿਕ ਅਦਾਰਾ, ਇੱਕ ਹੁੰਦਾ ਧਾਰਮਿਕ ਅਦਾਰਾ। ਤੇ ਗੁਰਦੁਆਰਾ ਦਾ ਸਾਹਿਬ ਵਿੱਚ ਹੁੰਦੇ, ਇੱਕ ਹੁੰਦੇ ਪ੍ਰਬੰਧਕ, ਇੱਕ ਹੁੰਦੇ ਪ੍ਰਚਾਰਕ, ਇੱਕ ਹੁੰਦੀ ਸੰਗਤ। ਤੇ ਸਾਰਿਆਂ ਵਿੱਚ ਹੀ ਗਿਰਾਵਟ ਆਈ ਹੈ, ਇੱਕ 'ਚ ਨਹੀਂ ਆਈ, ਇੱਕ ਸਿਸਟਮ 'ਚ ਨਹੀਂ ਆਈ। ਜਿਹੜੇ ਅੱਜ ਰੌਲਾ ਪਾਉਂਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ, ਬਹੁਤ ਸਾਰੇ ਸਿੰਘ ਤਾਂ ਅਰੈਸਟ ਹੀ ਇਹਨਾਂ ਨੇ ਕਰਾਏ ਨੇ, ਝੂਠੇ ਕੇਸ ਪਾ ਇਹਨਾਂ ਨੇ ਭੇਜੇ ਨੇ। ਇਹਨਾਂ ਦੀ ਬਦੌਲਤ ਗਏ ਨੇ। ਉਹ ਇਹਨਾਂ ਦੀ ਬਦੌਲਤ ਜੀ, ਬਾਦਲ ਪਰਿਵਾਰ ਦੀ, ਜਿਨ੍ਹਾਂ ਨੇ 15 ਸਾਲ ਲਗਾਤਾਰ, 10 ਸਾਲ ਇੱਕ ਵਾਰੀ, 5 ਸਾਲ ਇੱਕ ਵਾਰੀ CM ਰਹੇ ਨੇ। ਇਹਨਾਂ ਨੂੰ ਉਦੋਂ ਪੁੱਛੋ ਵੀ ਉਦੋਂ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਕੀਤਾ? ਜਦੋਂ ਸੈਂਟਰ ਵਿੱਚ ਇਹਨਾਂ ਦੀ ਭਾਈਵਾਲ ਭਾਜਪਾ ਸਰਕਾਰ ਸੀ, ਪੰਜਾਬ ਦਾ CM ਇਹ ਸੀ, ਉਦੋਂ ਇਹਨਾਂ ਨੇ ਬੰਦੀ ਸਿੰਘਾਂ ਲਈ ਕਿਹੜਾ ਮਤਾ ਪਾਸ ਕੀਤਾ ਜਾਂ ਸੈਂਟਰ ਸਰਕਾਰ ਨੂੰ ਕੀ ਦਬਾਅ ਪਾਇਆ? ਬਹੁਤ ਸਾਰੇ ਕੇਸ ਜਦੋਂ ਇਹ CM ਸੀ, ਉਹਨਾਂ ਕੇਸਾਂ ਵਾਲੇ ਵੀ ਨੌਜਵਾਨ ਅੰਦਰ ਨੇ। ਕੌਮ ਕੀ ਸਮਝਦੀ ਆ ਹੁਣ? ਕੌਮ ਜਦੋਂ ਉਹ ਮੁੱਦਾ ਚੁੱਕਦੇ ਬੰਦੀ ਸਿੰਘਾਂ ਦਾ, ਤਾਂ ਕੌਮ ਨਾਲ ਤੁਰੇ ਜਾਂ ਨਾ ਤੁਰੇ? ਦੇਖੋ, ਜਿਹੜੀ ਕੌਮ ਹੁੰਦੀ, ਸਿੱਖ ਕੌਮ ਹੁੰਦੀ ਹੈ, ਇਹ ਹੈਗਾ ਖੜੇ ਦਾ ਖਾਲਸਾ, ਚੜ੍ਹਦੇ ਸੂਰਜ ਨੂੰ ਸਲਾਮ ਆ। ਕੌਮ ਨੂੰ ਇੱਕ ਗੱਲ ਸਮਝ ਪੈ ਗਈ ਆ ਕਿ ਜਿਹੜਾ ਇਹ ਪਰਿਵਾਰ ਇੱਕ ਹੈ, ਇਹਨੇ ਚਾਹੇ SGPC ਹੈ, ਚਾਹੇ ਸਾਡੇ 3 ਜਥੇਦਾਰ ਨੇ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਦੇ, ਇਹਨਾਂ ਨੂੰ ਗੁਲਾਮ ਬਣਾਇਆ ਹੋਇਆ। ਇਹਨਾਂ ਦੇ ਉਹ ਆਜ਼ਾਦ ਜਥੇਦਾਰ ਨਹੀਂ, ਉਹ ਗੁਲਾਮ ਜਥੇਦਾਰ ਨੇ, ਉਹ ਕਰਿੰਦੇ ਨੇ, ਇਹਨਾਂ ਦੀ ਨੌਕਰੀ ਕਰਦੇ ਨੇ। ਉਭਾਰ ਕਿੱਦਾਂ ਹੋਊਗਾ ਕੌਮ ਦਾ? ਆਭਾਰ ਆਊਗਾ ਜੀ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਓਟ ਦਾ ਆਸਰਾ ਲਿਆ, ਜਦੋਂ ਸਾਨੂੰ ਸਮਝ ਪੈ ਗਈ ਤਖਤ ਬਹੇ ਤਖਤ ਕੀ ਲਾਇਕ, ਜਦੋਂ ਲਾਇਕ ਪੁਰਖ ਅਸੀਂ ਤਖਤਾਂ 'ਤੇ ਬਿਠਾਏ। ਤਖਤਾਂ ਤੋਂ ਭਾਵ ਜਿਹੜੇ ਸਾਡੇ 3 ਤਖਤ ਨੇ, ਸਰਪੰਚ ਪੰਚ ਤੋਂ ਲੈ ਕੇ MLA MP ਵਜ਼ੀਰ ਤੱਕ, ਤਖਤ ਰਾਜਾ ਸੋਵੇ ਜੋ ਤਖਤ 'ਤੇ ਲਾਇਕ ਹੋਈ, ਜਿਹਦੀ ਸੱਚ ਪਛਾਣਿਆ ਸੱਚ ਰਾਜੇ ਸੀ। ਪਰ ਨੌਜਵਾਨੀ ਤਾਂ ਹੁਣ ਜਿਹੜੀ ਹੈਗੀ ਧਰਮ ਦੀਆਂ ਗੱਲਾਂ ਤੋਂ, ਧਰਮ ਦੇ ਰਾਹ ਤੋਂ, ਧਰਮ ਦੇ ਵਿਚਾਰ ਤੋਂ ਹੀ ਬਹੁਤ ਦੂਰ ਚਲੀ ਗਈ, ਨਸ਼ਿਆਂ ਦੇ ਵਿੱਚ ਗਲਤਾਨ ਹੋ ਗਈ। ਇਹ ਲੱਗਦਾ ਤੁਹਾਨੂੰ ਵੀ ਛੇਤੀ ਹੋ ਸਕਦਾ ਜੋ ਤੁਸੀਂ ਗੱਲਾਂ ਕੀਤੀ? ਕਿਉਂ ਨਹੀਂ ਹੋ ਸਕਦਾ ਜੀ? ਜਦੋਂ ਇਹ ਸਮਝ ਪੈ ਗਈ ਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ, ਸ਼ਹੀਦਾਂ ਦੀ ਪਾਕ ਪਵਿੱਤਰ ਧਰਤੀ ਆ, ਇਹ ਗੁਲਾਮ ਆ। ਅਸੀਂ ਹੁਣ ਦੇ ਗੁਲਾਮ ਨਹੀਂ। ਅਸੀਂ ਜਦੋਂ ਪਾਰਟੀਸ਼ਨ ਹੋਇਆ ਵਾ 1947 ਤੋਂ ਹੀ ਜਿਹੜੀ ਪੰਜਾਬ ਆ ਗੁਲਾਮ ਆ। ਪੰਜਾਬ ਨੂੰ ਬਰਬਾਦ ਕੀਤਾ ਗਿਆ। ਸਿੱਖੀ ਦਾ ਇੱਥੋਂ ਹੁਣ ਪੂਰੀ ਤਰ੍ਹਾਂ ਉਜਾੜਾ ਹੋ ਰਿਹਾ ਜੀ। ਕਿਉਂ ਹੋ ਉਜਾੜਾ ਹੋ ਰਿਹਾ? ਕੋਈ ਵੀ ਇੱਥੇ ਦਾ ਬਜ਼ੁਰਗ, ਬੀਬੀ, ਬੱਚਾ, ਨੌਜਵਾਨ ਇਸ ਧਰਤੀ 'ਤੇ ਰਹਿਣ ਨੂੰ ਤਿਆਰ ਨਹੀਂ। ਇੱਕ ਸਟੇਟ ਪਾਲਿਸੀ ਸੀ, ਉਹ ਸਟੇਟ ਦੀ ਪਾਲਿਸੀ ਅਨੁਸਾਰ
ਸਾਨੂੰ ਜਿਹੜੀ ਲੀਡਰਸ਼ਿਪ ਅਖੌਤੀ ਲੀਡਰਸ਼ਿਪ ਮਿਲੀ ਹੈ, ਜਿਹਨੂੰ ਸਾਡੇ ਪੰਥ ਨੇ ਤੱਕੜੀ ਮੰਨ ਕੇ ਵੋਟਾਂ ਪਾਈਆਂ, ਜਿਨ੍ਹਾਂ ਨੇ ਤੱਕੜੀ ਦੇ ਵਿੱਚ ਇੱਕ ਮੈਨੇ ਆਪਣਾ ਪੁੱਤਰ ਧੀ ਨੂੰ ਪਰਿਵਾਰ ਤੋਲ ਲਿਆ ਤੇ ਬਾਕੀ ਸਾਰੀ ਕੌਮ ਤੋਲ ਲਈ, ਠੀਕ ਹੈ। ਉਹਨਾਂ ਨੇ ਉਹਨੂੰ ਮੰਨ ਲਿਆ। ਮੈਂ ਨਲਾਇਕ ਲੀਡਰਸ਼ਿਪ ਦੇ ਨਾਲ ਇੱਕ ਸ਼ਬਦ ਵਰਤਦਾ, ਸ਼ੈਤਾਨ। ਉਹਨਾਂ ਨੂੰ ਪਤਾ ਹੀ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਨਾ। ਪਰ ਜਿਹੜੀ ਇੱਕ ਗੱਲ ਲੋਕ ਇਹ ਵੀ ਕਰਦੇ ਆ ਵੀ ਜੇਕਰ ਕੋਈ ਪੰਜਾਬ ਦੀ ਜਿਹੜੀ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕਦਾ ਉਹ ਸ਼੍ਰੋਮਣੀ ਅਕਾਲੀ ਦਲ ਸੀ, ਤਾਂ ਤੁਹਾਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਆਪਣੇ ਉਹ ਰੂਪ 'ਚ ਜਾਣ ਦੀ ਲੋੜ ਹੈ ਜਿੱਥੋਂ ਸ਼੍ਰੋਮਣੀ ਅਕਾਲੀ ਦੀ ਸ਼ੁਰੂਆਤ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਕੁਰਬਾਨੀਆਂ ਵੀ ਪੰਜਾਬ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸ਼ੁਰੂਆਤੀ ਦੌਰ 'ਚ ਬਹੁਤ ਰਹੀਆਂ, ਅੱਜ ਭਾਵੇਂ ਹਾਲਾਤ ਕੋਈ ਵੀ। ਉਹ ਸ਼੍ਰੋਮਣੀ ਅਕਾਲੀ ਦਲ ਜਿਹਨੇ ਕੁਰਬਾਨੀਆਂ ਕੀਤੀਆਂ ਉਹਨਾਂ 'ਚੋਂ ਇੱਕ ਵੀ ਸਿੱਖ ਨਹੀਂ ਗਾ ਇਹਨਾਂ 'ਚ। ਇਹ ਜਿੰਨੇ ਨਵੀਂ ਭਰਤੀ ਹੋਈ ਹੈ, ਇਹ ਸਾਰੇ ਲਾਲਚੀ ਨੇ ਵੀ ਮੇਰਾ ਪੁੱਤ, ਮੇਰਾ ਪੋਤਾ, ਮੇਰੇ ਘਰ ਵਾਲੀ, ਮੇਰਾ ਪਰਿਵਾਰ ਹੀ ਸਿਆਸਤ ਵਿੱਚ ਆਵੇ। ਉਹ ਜਿਹੜੀ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ, ਉਹ ਕੁਰਬਾਨੀਆਂ ਭਰਪੂਰ ਸੀ। ਦੁਬਾਰਾ ਉੱਥੇ ਆਉਣ ਦੀ ਲੋੜ ਆ ਮੁੜ ਕੇ। ਜੀ ਬਿਲਕੁਲ ਆਉਣਾ ਪਊ। ਖੇਤਰੀ ਪਾਰਟੀ ਤੋਂ ਬਿਨਾਂ ਪੰਜਾਬ ਦਾ ਕੋਈ ਵਿਚਾਰ ਨਹੀਂ। ਲੋਕਾਂ ਨੂੰ ਜਿਹੜਾ ਬੁਖਾਰ ਸੀਗਾ ਆਮ ਆਦਮੀ ਪਾਰਟੀ ਦਾ 106 ਚੜਿਆ, ਉਹ ਲੱਥ ਚੁੱਕਾ। ਉਹਨਾਂ ਨੂੰ ਇਹਨਾਂ ਨਾਲ ਦੁਸ਼ਮਣੀ ਹੋ ਗਈ, ਇਹਨਾਂ ਤੋਂ ਦੁਖੀ ਹੋ ਗਈ ਲੋਕ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਸੀ। ਲੋਕਾਂ ਨੇ ਉਹ ਦੇਖ ਲਿਆ। ਹੁਣ ਇੱਕ ਖਲਾ ਪੈਦਾ ਹੋਇਆ, ਇੱਕ ਜਗ੍ਹਾ ਬਣੀ ਹੋਈ ਆ। ਜਿਹੜੇ ਚੰਗੇ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਜੇ ਜੀਵਨ ਢਾਲਣ ਵਾਲੀਆਂ ਰੂਹਾਂ ਮੂਹਰੇ ਆਉਣ, ਉਹ ਕੋਈ ਔਖਾ ਕੰਮ ਨਹੀਂ। ਜਿਨ੍ਹਾਂ ਨੂੰ ਪਤਾ ਲੱਗ ਜਾਏ, ਪਹਿਲਾਂ ਤਾਂ ਇਹ ਪਤਾ ਲੱਗੇ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ, ਜਿਸ ਕਾ ਰਾਜ ਤਿਸੇ ਕਾ ਸੁਪਨਾ। ਜਦੋਂ ਇਹ ਸਿਧਾਂਤ ਦੇ ਤੌਰ 'ਤੇ ਸਿੱਖ ਚੱਲਣਗੇ, ਜਦੋਂ ਲਾਇਕ ਪੁਰਖ ਮੋਹਰੇ ਆਉਣਗੇ, ਚੰਗੇ ਇਨਸਾਨ, ਸੱਚ ਦਾ ਲੜ ਪੱਕਣ ਵਾਲੇ, ਪੰਜਾਬ ਦੇ ਚਿੰਤਤ। ਹੁਣ ਪੰਜਾਬ ਦਾ ਹਾਲ ਕੀ ਹੈ ਜੀ? ਨਾ ਸਾਡਾ ਪਾਣੀ ਪੀਣ ਵਾਲਾ, ਪਹਿਲੀ ਗੱਲ ਤਾਂ ਹੈ ਹੀ ਨਹੀਂ, ਮੁੱਕ ਚੱਲਿਆ। ਜਿਹੜਾ ਹੈਗਾ ਉਹ ਗੰਦਾ। ਹਵਾ ਸਾਡੀ ਪ੍ਰਦੂਸ਼ਿਤ, ਧਰਤੀ ਸਾਡੀ ਪ੍ਰਦੂਸ਼ਿਤ ਹੀ ਨਹੀਂ, ਅਡਿਕਟਡ ਹੋ ਗਈ, ਨਸ਼ੇੜੀ ਹੋ ਗਈ। ਸਮਾਜ ਸਾਡਾ ਸਾਰਾ ਗੰਦਾ ਹੋ ਗਿਆ। ਸਾਨੂੰ ਜਾਤਾਂ ਪਾਤਾਂ ਵਿੱਚ ਵੰਡ ਦਿੱਤਾ ਇਹਨਾਂ ਨੇ। ਇਹ ਮੁੜ ਕੇ ਦੁਬਾਰਾ ਇਹਨੂੰ ਕਹਿਣ ਤੋਂ ਭਾਵ ਜ਼ੀਰੋ ਤੋਂ ਸ਼ੁਰੂ ਕਰਨਾ ਪਊਗਾ। ਕਿ ਜਿਸ ਕਾ ਰਾਜ ਜਿਸੇ ਕਾ ਸੁਪਨਾ, ਨੌਜਵਾਨ ਖੜੇ ਆ, ਹੁਣ ਇਹਨਾਂ ਦੇ ਅੰਦਰ ਉਹ ਇੱਛਾ ਪ੍ਰਬਲ ਹੈਗੀ। ਇਹਨਾਂ ਨੂੰ ਪੁੱਛ ਲੈਂਦੇ, ਬਾਈ ਜਿਸ ਕਾ ਰਾਜ ਤਿਸੇ ਕਾ ਸੁਪਨਾ, ਇਹਨਾਂ ਨੇ ਗੱਲ ਕਹੀ ਹੈ ਵੀ ਰਾਜ ਦੀ ਇੱਛਾ ਜਿਹੜੀ ਹੈਗੀ ਆ ਪ੍ਰਬਲ ਅੰਦਰ ਹੋਣੀ ਚਾਹੀਦੀ ਆ, ਤਾਂ ਉੱਥੇ ਜਾ ਸਕਦੇ ਆ। ਤੁਹਾਨੂੰ ਲੱਗਦਾ ਵੀ ਤੁਹਾਡੇ ਅੰਦਰ ਇਹ ਇੱਛਾ ਹੈਗੀ, ਨੌਜਵਾਨੀ 'ਚ ਹੈਗੀ? ਨਹੀਂ, ਹਾਂਜੀ ਹੁਣ ਲੱਗ ਰਿਹਾ ਜੀ। ਜਿਵੇਂ ਹੁਣ ਸਿੱਧੂ ਮੂਸੇਵਾਲੇ ਸਾਹਿਬ ਨੇ ਜਿਹੜਾ ਗਾਣਾ ਕੱਢਿਆ, ਉਹਦੇ ਵਿੱਚ ਮੇਰੇ ਚਾਚਾ ਜੀ ਸੀ ਆਪਣੇ ਚਰਨਜੀਤ ਸਿੰਘ ਚੰਨਾ ਤੇ ਬਲਵਿੰਦਰ ਸਿੰਘ ਜਟਾਣਾ ਦਾ ਨਾਂ ਆਇਆ, ਤਾਂ ਉਹ ਤੋਂ ਬਾਅਦ ਜਾਗ੍ਰਿਤੀ ਤਾਂ ਹੋਈ ਆ। ਜਾਗ੍ਰਿਤੀ ਤਾਂ ਆਈ ਆ, ਫਿਰ ਤੁਸੀਂ ਇਸ ਰੂਪ 'ਚ ਕਿਉਂ ਖੜੇ ਹੋ? ਮੈਂ ਵੀ ਆਪਣੇ ਆਪ ਨੂੰ ਬਦਲਾਅ ਕਰ ਰਿਹਾ ਜੀ। ਮੈਂ ਪਹਿਲਾਂ ਤਾਂ ਕਲੀਨ ਸ਼ੇਵ ਨਹੀਂ ਸੀ, ਮੈਂ ਹੁਣ ਆਪਣੇ ਆਪ 'ਚ ਬਦਲਾਅ ਲੈ ਕੇ ਆ ਰਿਹਾ ਜੀ। ਮੁੜ ਰਹੇ ਹੋ? ਹਾਂਜੀ, ਮੁੜ ਰਹੇ। ਵੀ ਬਹੁਤ ਨੌਜਵਾਨ ਘਰ ਵਾਪਸੀ ਕਰ ਰਹੇ ਆ। ਹਾਂਜੀ ਹੁਣ ਕਰ ਰਹੇ ਆ ਜੀ। ਲੋਕ ਮਤਲਬ ਵੀ ਹੁਣ ਸੁਣ ਵੀ ਰਹੇ ਆ, ਸਭ ਦੇਖ ਰਹੇ ਆ ਜੀ। ਇੱਕ ਤਾਂ ਆਪਣਾ ਜ਼ਿਆਦਾ ਜੋ ਨੌਜਵਾਨ ਪੀੜ੍ਹੀ ਹੈ ਜ਼ਿਆਦਾ ਨਸ਼ਿਆਂ ਵੱਲ ਗਈ ਹੋਈ ਹੈ ਜੀ। ਪਹਿਲਾਂ ਤਾਂ ਇਹਨੂੰ ਵੀ ਮੋੜਨਾ ਬਹੁਤ ਜ਼ਿਆਦਾ ਜ਼ਰੂਰੀ ਆ। ਸਰਕਾਰਾਂ ਆਪਣੀ ਕੁਝ ਨਹੀਂ ਕਰਦੀਆਂ। ਕੱਲ੍ਹ ਮੈਂ ਇੱਕ ਦੇਖ ਰਿਹਾ ਦਾ ਪੋਸਟ ਵਿੱਚ ਕੋਈ ਆਪਣੇ 2 ਭਾਈਆਂ ਦੀ ਡੈਥ ਹੋ ਗਈ, ਇੱਕ ਵੱਡਾ ਮਰ ਗਿਆ ਸੀ, ਇੱਕ ਛੋਟੇ ਦੀ ਹੋ ਗਈ, ਤੇ ਮਤਲਬ ਹਾਲਾਤ ਕਾਫੀ। ਜਿਹੜੇ ਰਾਹ ਤੇ ਤੁਹਾਡੇ ਚਾਚਾ ਜੀ ਗਏ ਆ, ਜਿਹੜਾ ਸੰਘਰਸ਼ ਉਹਨਾਂ ਨੇ ਕੀਤਾ, ਤੁਹਾਨੂੰ ਲੱਗਦਾ ਵੀ ਤੁਹਾਨੂੰ ਹੁਣ ਅੱਗੇ ਤੋਰਨ ਦੀ ਲੋੜ ਆ, ਜਾਂ ਤੁਸੀਂ ਉਹਦੇ ਲਈ ਕੀ ਯਤਨ ਕਰ ਰਹੇ ਹੋ? ਨਹੀਂ, ਮੈਂ ਹੁਣ ਦੇਖੋ ਜੀ, ਤੁਹਾਨੂੰ ਪਤਾ ਹੀ ਹੈ ਜੀ, ਪਹਿਲਾਂ 31 ਸਾਲ ਦਾ ਸਾਨੂੰ ਕਿਸੇ ਨੇ ਮਤਲਬ ਅਸੀਂ ਉਰੇ ਇੱਥੇ ਆਪਣਾ ਬਰਸੀ ਮਨਾਉਂਦੇ ਤੇ ਆਪਣਾ ਇੱਥੇ ਆਪਣੇ ਪਿੰਡ 'ਚ ਹੀ ਸ਼ਹੀਦੀ ਦਿਵਸ ਮਨਾਇਆ ਜਾਂਦਾ, ਤੇ ਸਾਨੂੰ ਤਾਂ ਕਿਸੇ ਮਤਲਬ ਵੀ ਜਥੇਦਾਰ ਉਹ ਆਪਣੇ ਭਲਵਾਨ ਜੀ ਆਉਣ ਤੇ ਸਾਰਾ ਆਉਣ ਤੇ ਮਤਲਬ ਫਰਾਂਸ ਤੋਂ ਜਿਹੜੇ ਆਉਂਦੇ ਆ, ਤੇ ਮਤਲਬ 4-5 ਹੀ ਲੋਕ ਮਤਲਬ ਵੀ ਜਿਹੜੇ ਬਾਹਰੋਂ ਆਉਂਦੇ ਸੀ ਸਾਡੇ ਲਈ। ਤੇ ਹੁਣ ਜਿਵੇਂ ਚਲੋ ਮੂਸੇਵਾਲੇ ਦੇ ਗਾਣੇ ਤੋਂ ਬਾਅਦ ਕਿ ਚਲੋ ਆਪਣਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ। ਸਮਝਦੇ ਵੀ ਮੁੱਦਾ ਸਾਡਾ ਨਹੀਂ, ਮੁੱਦਾ ਪੰਥ ਦਾ ਹੈ। ਫਿਰ ਉਹਦੇ ਲਈ ਸਾਡੇ ਲਈ ਕੋਈ ਆਵੇ ਜਾਂ ਨਾ ਆਵੇ, ਜਦੋਂ ਪੰਥ ਨੂੰ ਸਮਰਪਣ ਦੀ ਭਾਵਨਾ ਹੁੰਦੀ ਆ ਤਾਂ ਫਿਰ ਇਕੱਲੇ ਹੀ ਨੰਗੇ ਧੜ ਚੱਲਣਾ ਪੈਂਦਾ। ਹਾਂਜੀ, ਇਹਦਾ ਪੰਥ ਲਈ ਹੋ ਨਾ। ਇਹ ਜਿਹੜੀ ਸ਼ਹੀਦੀ ਇਹ ਚਰਨਜੀਤ ਸਿੰਘ ਚੰਨਾ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਜਿਹੜੀ ਸ਼ਹੀਦੀ ਦਿੱਤੀ, ਤੇ ਹੋਰ ਸਿੰਘਾਂ ਨੇ ਜਿਹੜੀ ਸ਼ਹੀਦੀ ਇਹ ਦਿੱਤੀ ਆ, ਇਹ ਸਿਰਫ ਕੌਮ ਲਈ ਉਹ ਦਿੱਤੀ ਆ ਨਾ। ਉਹਨਾਂ ਦਾ ਆਪਣਾ ਤਾਂ ਕੋਈ ਖੇਤੀਬਾੜੀ ਦਾ ਤਾਂ ਕੋਈ ਹੈ ਨਹੀਂ ਸੀ ਕਿ ਆਪਣੀ ਵੱਟ ਦਾ ਕੋਈ ਰੌਲਾ ਜਾਂ ਇਸ ਤਰੀਕੇ ਦਾ ਕੋਈ ਰੌਲਾ, ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀ। ਇਹਨਾਂ ਸਮਾਗਮਾਂ 'ਚ ਆਉਣ ਵਾਲੇ ਸਮੇਂ 'ਚ ਹੋਰ ਭਰਪੂਰ ਇਕੱਠ ਹੋਵੇ, ਲੋਕਾਂ ਨੂੰ ਜਾਗ੍ਰਿਤੀ ਆਵੇ, ਉਹਦੇ ਲਈ ਤੁਹਾਡੇ ਕੀ ਯਤਨ ਰਹਿਣਗੇ? ਹਾਂਜੀ, ਸਾਡੀ ਤਾਂ ਬੇਨਤੀ ਹੈ ਜੀ ਕਿ ਇਹਦੇ ਨਾਲ ਕਿਹਾ ਕਿ ਆਪਾਂ ਨੂੰ ਪੰਜਾਬ ਦਾ ਇਤਿਹਾਸ ਵੀ ਪਤਾ ਚੱਲਦਾ ਹੈ ਕਿ ਆਪਣਾ SYL ਜਿਹੜੀ ਰੋਕੀ ਆ, ਨਹੀਂ ਤਾਂ ਪਾਣੀ ਆਪਣਾ ਚਲੇ ਜਾਣਾ ਸੀ ਇੱਥੋਂ, ਇੱਥੇ ਪਾਣੀ ਦਾ ਬੂੰਦ ਵੀ ਨਹੀਂ ਰਹਿਣਾ ਸੀ। ਤਾਂ ਇਸ ਮੇਰੇ ਤਾਂ ਇਹੀ ਬੇਨਤੀ ਹੈ ਨੌਜਵਾਨਾਂ ਨੂੰ, ਸਾਰਿਆਂ ਨੂੰ, ਤੇ ਹੋਰ ਵੀ ਸਭ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਪਹਿਲਾਂ ਤਾਂ ਪੰਜਾਬ ਦਾ ਇਤਿਹਾਸ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ। SYL ਤਾਂ ਉਸ ਸਮੇਂ ਦਾ ਚਲੰਤ ਮੁੱਦਾ ਸੀ, ਉਸ ਤੋਂ ਬਾਅਦ ਵੀ ਸਮਾਂ ਬਦਲਦਾ ਤਾਂ ਮੁੱਦੇ ਵੀ ਬਦਲਦੇ ਆ, ਪਰ ਜਜ਼ਬਾ ਜਿਹੜਾ ਹੈਗਾ ਉਹ ਇੱਕ ਰਹਿੰਦਾ ਹੁੰਦਾ ਹਮੇਸ਼ਾ। ਉਹ ਜਜ਼ਬਾਤ ਜਿਹੜੇ ਹੈਗੇ ਤੁਹਾਨੂੰ ਲੱਗਦਾ ਵੀ ਫਿਰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ?
ਹਾਂਜੀ ਹਾਂਜੀ ਜਜ਼ਬਾਤ ਫਿਰ ਤੋਂ ਸਰਜੀਤ ਕਰਨ ਦੀ ਲੋੜ ਹੈਗੀ ਹੈ ਜੀ। ਹਾਂਜੀ ਸੋ ਬਿਲਕੁਲ, ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਭਾਈ ਚਰਨਜੀਤ ਸਿੰਘ ਚੰਨਾ ਹੋਰਾਂ ਦਾ ਬਰਸੀ ਸਮਾਗਮ ਅੱਜ ਪਿੰਡ ਝੱਲੀਆਂ ਰੂਪਨਗਰ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਥ ਦੀਆਂ, ਕੌਮ ਦੀਆਂ ਵੱਡੀਆਂ ਸ਼ਖਸੀਅਤਾਂ, ਜਿਹੜੀਆਂ ਵੱਡੀਆਂ ਸਿਰਮੌਰ ਸੰਸਥਾਵਾਂ, ਉਹਨਾਂ ਦੇ ਵਿੱਚੋਂ ਨਾ ਤਾਂ ਇੱਥੇ ਕੋਈ ਨੁਮਾਇੰਦਾ ਪਹੁੰਚਦਾ ਤੇ ਨਾ ਹੀ ਉਹ ਬਹੁਤ ਸਾਰੇ ਲੋਕ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚਦੇ ਆ। ਜਿਹੜੇ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਕਰਦੇ ਆ, ਸਰਚਾਂ ਤਾਂ ਕਰਦੇ ਆ, ਪਰ ਜ਼ਮੀਨੀ ਧਰਾਤਲ ਦੇ ਉੱਤੇ ਇਹਨਾਂ ਸ਼ਹੀਦਾਂ ਦੀ ਬਰਸੀ ਸਮਾਗਮਾਂ ਦੇ ਵਿੱਚ ਸ਼ਿਰਕਤ ਨਹੀਂ ਕਰਦੇ। ਇਹ ਕਦੋਂ ਸੋਸ਼ਲ ਮੀਡੀਆ ਤੋਂ ਗੱਲਾਂ ਜ਼ਮੀਨੀ ਪੱਧਰ ਤੇ ਆਉਣਗੀਆਂ, ਕਦੋਂ ਲੋਕ ਜ਼ਮੀਨੀ ਪੱਧਰ ਤੇ ਆ ਕੇ ਸ਼ਹੀਦਾਂ ਦੀਆਂ ਇਹਨਾਂ ਬਰਸੀਆਂ ਦੇ ਵਿੱਚ ਸ਼ਿਰਕਤ ਕਰਨਗੇ, ਕਦੋਂ ਸਾਡੇ ਪੰਥਕ ਆਗੂ ਕਹਿਣੀ ਤੇ ਕਥਨੀ ਦੇ ਪੂਰੇ ਹੋਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੋਪੜ।